ओम शांति। ਅੱਜ ਪਿਆਰੇ ਬਾਪ ਦਾਦਾ ਦੇ 16/6/2021 ਦੇ ਮਹਾਵਚਨ ਪਿਆਰੇ ਬਾਬਾ ਨੇ ਆਪਣੇ ਪਿਆਰੇ ਬੱਚਿਆਂ ਨੂੰ ਕਿਹਾ, ਮਿੱਠੇ ਬੱਚੇ, ਤੁਹਾਡੇ ਕੋਲ ਅਵਿਨਾਸ਼ੀ ਗਿਆਨ ਰਤਨਾਂ ਦਾ ਅਥਾਹ ਖਜ਼ਾਨਾ ਹੈ। ਤੁਸੀਂ ਉਸ ਦਾ ਦਾਨ ਕਰੋ। ਤੁਹਾਡੇ ਦਰ ਤੋਂ ਕੋਈ ਵੀ ਵਾਪਸ ਨਹੀਂ ਜਾਣਾ ਚਾਹੀਦਾ। ਪ੍ਰਸ਼ਨ ਹੈ, ਸਾਰੇ ਸੰਬੰਧਾਂ ਦੀ ਸੈਕਰਿਨ ਬਾਪ ਆਪਣੇ ਬੱਚਿਆਂ ਨੂੰ ਕਿਹੜੀ ਸ਼੍ਰੀਮਤ ਦਿੰਦੇ ਹਨ? ਉੱਤਰ ਹੈ, ਮਿੱਠੇ ਬੱਚੇ, ਆਪਣਾ ਬੁੱਧੀ ਯੋਗ ਸਰਬ ਤਰਫ ਤੋਂ ਹਟਾ ਕੇ ਇੱਕ ਮੈਨੂੰ ਯਾਦ ਕਰਨ ਵਿੱਚ ਲਗਾਓ। ਮਨਾ ਸਾਰੇ ਪਾਸਿਆਂ ਤੋਂ ਬੁੱਧੀ ਯੋਗ ਹਟਾ ਕੇ ਇੱਕ ਮੈਨੂੰ ਯਾਦ ਕਰਦੇ ਰਹੋ। ਦੁਨੀਆ ਦੀ ਕੋਈ ਵੀ ਵਸਤੂ, ਮਿੱਤਰ, ਸੰਬੰਧੀ ਆਦਿ ਯਾਦ ਨਾ ਆਵੇ, ਕਿਉਂਕਿ ਇਸ ਸਮੇਂ ਸਾਰੇ ਦੁੱਖ ਦੇਣ ਵਾਲੇ ਹਨ। ਵਿਸ਼ਵ ਦਾ ਮਾਲਿਕ ਬਣਨਾ ਹੈ ਤਾਂ ਜ਼ਰੂਰ 63 ਜਨਮਾਂ ਦਾ ਹਿਸਾਬ ਕਿਤਾਬ ਚੁਕਤੋ ਕਰਨ ਦੀ ਮਿਹਨਤ ਕਰਨੀ ਪਵੇ। ਸਭ ਕੁਝ ਭੁੱਲ ਅਸ਼ਰੀਰੀ ਬਣੋ ਤਾਂ ਹਿਸਾਬ ਕਿਤਾਬ ਚੁਕਤੂ ਹੋ ਜਾਣ। ਮੈਂ ਸਰਵ ਸੰਬੰਧਾਂ ਦੀ ਸੈਕਰਿਨ ਹਾਂ। ਓਮ ਸ਼ਾਂਤੀ। ਬਾਪ ਦਾਦਾ ਬੱਚਿਆਂ ਤੋਂ ਪੁੱਛਦੇ ਹਨ ਕਿ ਕਿਸ ਦੀ ਯਾਦ ਵਿੱਚ ਬੈਠੇ ਹੋ? ਬੱਚਿਆਂ ਨੇ ਕਿਹਾ, ਸ਼ਿਵ ਬਾਬਾ ਦੀ। ਬਾਬਾ ਨੇ ਕਿਹਾ, ਬੁਲੰਦ ਆਵਾਜ਼ ਦੇ ਵਿੱਚ ਕਹਿਣਾ ਚਾਹੀਦਾ ਹੈ, ਸ਼ਿਵ ਬਾਬਾ ਦੀ ਯਾਦ ਵਿੱਚ ਬੈਠੇ ਹਾਂ। ਤੁਸੀਂ ਬੱਚੇ ਅਰਥਾਤ ਆਤਮਾਵਾਂ ਦਾ ਸੰਬੰਧ ਹੈ ਸ਼ਿਵ ਬਾਬਾ ਨਾਲ। ਤੁਸੀਂ ਸ਼ਿਵ ਬਾਬਾ ਦੇ ਬਣਦੇ ਹੋ ਇਹਨਾਂ ਦੁਆਰਾ, ਕਿਉਂਕਿ ਸ਼ਿਵ ਬਾਬਾ ਇਹਨਾਂ ਦੁਆਰਾ ਹੀ ਮਿਲਦੇ ਹਨ। ਇਹ ਵਿੱਚ ਦਲਾਲ ਕਿਹਾ ਜਾਂਦਾ ਹੈ। ਬ੍ਰਹਮਾ ਬਾਬਾ, ਤੁਹਾਡਾ ਦਲਾਲ ਨਾਲ ਤਾਂ ਕੋਈ ਸੰਬੰਧ ਨਹੀਂ, ਇਹ ਤਾਂ ਸਿਰਫ ਵਿੱਚ ਮਾਰਫਤ ਹੈ। ਲੈਣ ਦੇਣ ਦਾ ਸਭ ਦਾ ਹਿਸਾਬ ਕਿਤਾਬ ਬਾਪ ਨਾਲ ਹੋਣਾ ਚਾਹੀਦਾ ਹੈ, ਇਸ ਨਾਲ ਨਹੀਂ। ਇਸ ਦਾ ਵੀ ਲੈਣ ਦੇਣ ਬਾਪ ਨਾਲ ਹੈ ਨਾ। ਇਹ ਵੀ ਉਸ ਬਾਪ ਨੂੰ ਕਹਿੰਦੇ ਹਨ, ਬਾਬਾ ਮੇਰਾ ਸਭ ਕੁਝ ਤੁਹਾਡਾ ਹੈ। ਤੁਹਾਨੂੰ ਵੀ ਇੱਕ ਤਾਂ ਨਿਸ਼ਚੈ ਹੈ ਕਿ ਅਸੀਂ ਆਤਮਾ ਹਾਂ, ਅਤੇ ਦੂਸਰਾ ਇਹ ਵੀ ਨਿਸ਼ਚੈ ਹੈ ਕਿ ਅਸੀਂ ਆਤਮਾਵਾਂ ਆਪਣੇ ਪਰਮ ਪਿਤਾ ਪਰਮਾਤਮਾ ਤੋਂ ਵਰਸਾ ਲੈ ਰਹੇ ਹਾਂ। ਤਾਂ ਮਨਸਾ ਵਾਚਾ ਕਰਮਣਾ, ਤਨ ਮਨ ਧਨ ਨਾਲ ਅਸੀਂ ਸ਼ਿਵ ਬਾਬਾ ਦੇ ਮਦਦਗਾਰ ਬਣਦੇ ਹਾਂ। ਇਹ ਸਭ ਕੁਝ ਸ਼ਿਵ ਬਾਬਾ ਨੂੰ ਅਰਪਣ ਕੀਤਾ ਹੋਇਆ ਹੈ। ਫਿਰ ਸ਼ਿਵ ਬਾਬਾ ਡਾਇਰੈਕਸ਼ਨ ਦਿੰਦੇ ਹਨ, ਇਸ ਤਰ੍ਹਾਂ ਇਹ ਕਰੋ। ਇਸ ਨੂੰ ਕਿਹਾ ਜਾਂਦਾ ਹੈ ਸ਼੍ਰੀਮਤ। ਬਾਪ ਖੁਦ ਕਹਿੰਦੇ ਹਨ, ਮੈਂ ਇਸ ਪੁਰਾਣੇ ਤਨ ਵਿੱਚ ਪ੍ਰਵੇਸ਼ ਕਰਦਾ ਹਾਂ। ਇਹ ਵੀ ਪਤਿਤ ਤੋਂ ਪਾਵਨ ਬਣ ਰਹੇ ਹਨ। ਇਹ ਕਿਸਨੇ ਕਿਹਾ? ਸ਼ਿਵ ਬਾਬਾ ਨੇ। ਇਹ ਵੀ ਪਾਵਨ ਬਣ ਰਹੇ ਹਨ। ਇਸ ਦਾ ਵੀ ਮੇਰੇ ਨਾਲ ਹਿਸਾਬ ਕਿਤਾਬ ਹੈ। ਇਸ ਦੇ ਨਾਲ ਕੋਈ ਦਾ ਹਿਸਾਬ ਕਿਤਾਬ ਨਹੀਂ। ਤੁਸੀਂ ਚਿੱਠੀ ਲਿਖਦੇ ਹੋ, ਸ਼ਿਵ ਬਾਬਾ ਕੇਅਰ ਆਫ ਬ੍ਰਹਮਾ, ਪਰੰਤੂ ਮਾਇਆ ਇਸ ਤਰ੍ਹਾਂ ਹੈ ਜੋ ਨਿਰੰਤਰ ਯਾਦ ਕਰਨ ਨਹੀਂ ਦਿੰਦੀ। ਬੁੱਧੀ ਯੋਗ ਬਾਰ ਤੋੜ ਦਿੰਦੀ ਹੈ। ਅਗਰ ਇਹ ਪੱਕਾ ਪੁਰਸ਼ਾਰਥ ਕਰੋਗੇ, ਫਿਰ ਦੂਸਰਾ ਸਭ ਕੁਝ ਭੁੱਲ ਜਾਵੇਗਾ। ਸਰੀਰ ਵੀ ਭੁੱਲ ਜਾਵੇਗਾ। ਇਹ ਸਰੀਰ ਹੋਵੇਗਾ, ਪਰੰਤੂ ਆਤਮਾ ਨੂੰ ਸਾਰੀਆਂ ਚੀਜ਼ਾਂ ਤੋਂ ਨਫ਼ਰਤ ਹੋਵੇਗੀ। ਇਹ ਅਵਸਥਾ ਜਮਾਉਣ ਵਿੱਚ ਅਭਿਆਸ ਕਰਨਾ ਜ਼ਰੂਰੀ ਹੈ। ਮੈਂ ਸदैव ਅਸ਼ਰੀਰੀ ਹਾਂ, ਤੁਸੀਂ ਵੀ ਅਸ਼ਰੀਰੀ ਸੀ। ਫਿਰ ਤੁਸੀਂ ਪਾਰਟ ਵਜਾਇਆ, ਹੁਣ ਫਿਰ ਤੁਸੀਂ ਪਾਰਟ ਵਜਾਉਣਾ ਹੈ। ਇਹ ਮਿਹਨਤ ਹੈ। ਵਿਸ਼ਵ ਦਾ ਮਾਲਿਕ ਬਣਨਾ ਕੋਈ ਘੱਟ ਗੱਲ ਹੈ ਕਿ? ਬਾਬਾ ਕਹਿ ਰਹੇ ਕਿ ਦੇਵੀ ਦੇਵਤਿਆਂ ਦੀ ਦੇਖੋ ਮਹਿਮਾ ਗਾਉਂਦੇ ਨਾ, ਕਿ ਆਪ ਸਰਵਗੁਣ ਸੰਪੰਨ 16 ਕਲਾ ਸੰਪੂਰਨ, ਪਰੰਤੂ ਉਹਨਾਂ ਦੀ ਪੂਜਾ ਕਿਉਂ ਕਰਦੇ ਹਨ ਇਹ ਕਿਸੇ ਨੂੰ ਵੀ ਪਤਾ ਨਹੀਂ। ਹੁਣ ਤੁਸੀਂ ਇਸ ਤਰ੍ਹਾਂ ਦੀ ਮਹਿਮਾ ਨਹੀਂ ਗਾਉਂਦੇ ਕਿ ਤੁਮ ਮਾਤ ਪਿਤਾ ਹਮ ਬਾਲਕ ਤੇਰੇ। ਹਾਂ, ਤੁਸੀਂ ਜਾਣਦੇ ਹੋ ਕਿ ਸ਼ਿਵ ਬਾਬਾ ਉਹ ਨਿਰਾਕਾਰ ਪਰਮ ਪਿਤਾ ਪਰਮਾਤਮਾ ਹੈ। ਉਹਨਾਂ ਤੋਂ ਹੀ ਸੁੱਖ ਕਨੇਰੇ ਮਿਲਦੇ ਹਨ।
ਬਾਕੀ ਜੋ ਵੀ ਸੰਬੰਧੀ ਹਨ ਉਹਨਾਂ ਤੋਂ ਦੁੱਖ ਹੀ ਮਿਲਦਾ ਹੈ। ਇੱਕ ਤਾਂ ਇਹ ਸੈਕਰਿਨ ਹੈ ਨਾ, ਜਿਸ ਨਾਲ ਸਾਰੇ ਸੰਬੰਧਾਂ ਦੀ ਰਸਨਾ ਮਿਲਦੀ ਹੈ। ਇੱਕ ਬਾਪ ਤੋਂ ਹੀ ਸਾਰੇ ਸੰਬੰਧਾਂ ਦਾ ਪਿਆਰ ਮਿਲਦਾ, ਰਸਨਾ ਮਿਲਦੀ ਹੈ। ਇਸ ਲਈ ਬਾਬਾ ਕਹਿੰਦੇ ਮਾਮਾ, ਕਾਕਾ, ਚਾਚਾ ਆਦਿ ਸਭ ਤੋਂ ਬੁੱਧੀਯੋਗ ਹਟਾ ਕੇ ਮਾਮੇ ਕਮ ਯਾਦ ਕਰੋ। ਤੁਸੀਂ ਗਾਉਂਦੇ ਵੀ ਹੋ, ਦੁੱਖ ਹਰਤਾ ਸੁਖ ਕਰਤਾ, ਸਾਰਿਆਂ ਦਾ ਸਦਗਤੀ ਦਾਤਾ ਇੱਕ ਹੀ ਹੈ, ਉਹੀ ਸਾਡਾ ਸਭ ਕੁਝ ਹੈ। ਲੌਕਿਕ ਬਾਪ ਤੋਂ ਵੀ ਦੁੱਖ ਮਿਲਦਾ ਹੈ, ਬਾਕੀ ਟੀਚਰ ਹੈ ਜੋ ਕਿਸੇ ਨੂੰ ਦੁੱਖ ਨਹੀਂ ਦਿੰਦੇ। ਟੀਚਰ ਪਾਸ ਜਾ ਕੇ ਪੜ੍ਹਨ ਨਾਲ ਤੁਸੀਂ ਸਰੀਰ ਨਿਰਵਾਹ ਕਰਦੇ ਆਏ ਹੋ। ਹੁਨਰ ਸਿਖਾਉਣ ਵਾਲੇ ਵੀ ਹੁੰਦੇ ਹਨ ਨਾ, ਉਹ ਸਭ ਅਲਪ ਕਾਲ ਦੀ ਟੀਚਿੰਗਸ ਕਰਦੇ ਹਨ, ਮਨ ਥੋੜ੍ਹੇ ਟਾਈਮ ਲਈ ਸਿਖਾਉਂਦੇ ਹਨ। ਭਗਤੀ ਵਿੱਚ ਮਹਿਮਾ ਇੱਕ ਰਾਮ ਅਥਵਾ ਸ਼ਿਵ ਬਾਬਾ ਦੀ ਹੀ ਕਰਦੇ ਹੋ, ਉਸ ਨੂੰ ਹੀ ਯਾਦ ਕਰਦੇ ਹੋ। ਹੁਣ ਬਾਪ ਕਹਿੰਦੇ ਹਨ ਬੱਚੇ ਮੈਂ ਕਲਪ ਕਲਪ ਆ ਕੇ ਪੜ੍ਹਾਉਂਦਾ ਹਾਂ ਅਤੇ ਦੇਵੀ ਦੇਵਤਾ ਧਰਮ ਦੀ ਸਥਾਪਨਾ ਕਰਦਾ ਹਾਂ, ਰਾਜਯੋਗ ਸਿਖਾਉਂਦਾ ਹਾਂ। ਗੀਤਾ ਵਿੱਚ ਭੁੱਲ ਨਾਲ ਕ੍ਰਿਸ਼ਨ ਭਗਵਾਨੋਂ ਵਾਚ ਲਿਖ ਦਿੱਤਾ। ਭਗਵਾਨ ਤਾਂ ਇੱਕ ਹੀ ਹੁੰਦਾ ਹੈ ਨਾ। ਉਹ ਤਾਂ ਕਹਿੰਦੇ ਠਿੱਕਰ ਪਿੱਤਰ ਕਣ ਕਣ ਵਿੱਚ ਪਰਮਾਤਮਾ ਹੈ, ਪਰੰਤੂ ਇਸ ਤਰ੍ਹਾਂ ਤਾਂ ਹੋ ਨਹੀਂ ਸਕਦਾ। ਭਗਵਾਨ ਦੀ ਤਾਂ ਮਹਿਮਾ ਅਪਰੰਪਾਰ ਹੈ। ਕਹਿੰਦੇ ਹਨ ਹੇ ਬਾਬਾ ਤੁਹਾਡੀ ਗਤਮਤ ਨਿਆਰੀ, ਅਰਥਾਤ ਤੁਹਾਡੀ ਜੋ ਸ਼੍ਰੀਮਤ ਮਿਲਦੀ ਹੈ ਉਹ ਸਭ ਤੋਂ ਨਿਆਰੀ ਹੈ। ਬਾਬਾ ਕਹਿੰਦੇ ਹੀ ਹਨ ਗਤੀ ਸਦਗਤੀ ਦਾਤਾ ਪਰਮ ਪਿਤਾ ਪਰਮਾਤਮਾ। ਤਾਂ ਬੁੱਧੀ ਉੱਪਰ ਚਲੀ ਜਾਂਦੀ ਹੈ ਨਾ, ਦੁੱਖ ਦੇ ਟਾਈਮ ਵੀ ਉਸ ਦੀ ਯਾਦ ਆਉਂਦੀ ਹੈ। ਅਗਰ ਰਾਮ ਸੀਤਾ ਵਿੱਚ ਬੁੱਧੀ ਹੋਵੇ ਤਾਂ ਸਾਰਾ ਰਮਾਇਣ ਬੁੱਧੀ ਵਿੱਚ ਆ ਜਾਵੇ। ਤੁਸੀਂ ਪੁਕਾਰਦੇ ਹੋ ਉਸ ਇੱਕ ਬਾਪ ਨੂੰ, ਸਿਵਾਏ ਇੱਕ ਬਾਪ ਦੇ ਕੋਈ ਵੀ ਸਾਕਾਰੀ ਮਨੁੱਖ ਜਾਂ ਆਕਾਰੀ ਦੇਵਤਾ ਨਾਲ ਬੁੱਧੀ ਨਹੀਂ ਲਗਾਉਣੀ ਹੈ। ਪਤਿਤ ਪਾਵਨ ਇੱਕ ਹੀ ਬਾਪ ਹੈ। ਹੁਣ ਬਾਪ ਕਹਿੰਦੇ ਹਨ ਮਾਮੇ ਕਮ ਯਾਦ ਕਰੋ। ਮੌਤ ਤਾਂ ਸਾਹਮਣੇ ਖੜਾ ਹੈ ਨਾ। ਇਹ ਉਹੀ ਮਹਾਭਾਰਤ ਲੜਾਈ ਹੈ। ਬੇਸ਼ੱਕ ਵੱਡੇ ਵੱਡੇ ਪਦਮਪਤੀ ਕਰੋੜਪਤੀ ਹਨ, ਵੱਡੇ ਵੱਡੇ ਮਕਾਨ ਆਦਿ ਬਣਾਉਂਦੇ ਹਨ, ਪਰੰਤੂ ਉਹ ਰਹਿਣ ਲਈ ਥੋੜ੍ਹੇ ਹਨ। ਇਹ ਤਾਂ ਸਭ ਕੁਝ ਟੁੱਟਣਾ ਹੈ, ਖਤਮ ਹੋ ਜਾਣਾ ਹੈ। ਉਹ ਸਮਝਦੇ ਕਲਯੁਗ ਦੀ ਉਮਰ ਲੱਖਾਂ ਸਾਲ ਹੈ। ਇਸ ਨੂੰ ਕਿਹਾ ਜਾਂਦਾ ਘੋਰ ਹਨੇਰਾ। ਕੋਈ ਦੇ ਕੋਲ ਪੈਸੇ ਹੁੰਦੇ, ਪੁੱਛਦੇ ਹਨ ਮਕਾਨ ਬਣਾਈਏ, ਬਾਬਾ ਕਹਿਣਗੇ ਪੈਸੇ ਹਨ ਤਾਂ ਬੇਸ਼ੱਕ ਬਣਾ ਲਵੋ। ਪੈਸੇ ਵੀ ਤਾਂ ਮਿੱਟੀ ਵਿੱਚ ਮਿਲ ਜਾਣੇ ਹਨ ਨਾ, ਇਹ ਤਾਂ ਟੈਂਪਰੇਰੀ ਹੈ। ਨਹੀਂ ਤਾਂ ਇਹ ਸਭ ਪੈਸੇ ਵੀ ਚਲੇ ਜਾਣਗੇ, ਕੁਝ ਵੀ ਨਹੀਂ ਰਹੇਗਾ। ਬੇਸ਼ੱਕ ਬਣਾਓ, ਫਿਰ ਉਸ ਵਿੱਚ ਗੀਤਾ ਪਾਠਸ਼ਾਲਾ ਦਾ ਪ੍ਰਬੰਧ ਕਰੋ, ਮਾਨਾ ਸੇਵਾ ਹੋਵੇ। ਜੋ ਤੁਹਾਡੇ ਦਰ ਤੇ ਕੋਈ ਵੀ ਆਵੇ ਉਸ ਨੂੰ ਭਿਕਸ਼ਾ ਇਸ ਤਰ੍ਹਾਂ ਦੀ ਦਿਓ ਜੋ ਇੱਕਦਮ ਉਹ ਵਿਸ਼ਵ ਦਾ ਮਾਲਿਕ ਬਣ ਜਾਵੇ। ਤੁਹਾਡੇ ਕੋਲ ਅਥਾਹ ਧਨ ਹੈ, ਇੰਨਾ ਕੋਈ ਦੇ ਕੋਲ ਵੀ ਨਹੀਂ। ਤੁਹਾਡੇ ਕੋਲ ਸਭ ਤੋਂ ਸਾਹੂਕਾਰ ਜੋ ਹਨ, ਉਹਨਾਂ ਦੇ ਕੋਲ ਬਹੁਤ ਗਿਆਨ ਰਤਨ ਬੁੱਧੀ ਵਿੱਚ ਭਰੇ ਹੋਏ ਹਨ। ਕੋਈ ਵੀ ਆਵੇ ਤਾਂ ਤੁਸੀਂ ਉਹਨਾਂ ਦੀ ਝੋਲੀ ਭਰ ਦੇਵੋ। ਤੁਹਾਡੇ ਕੋਲ ਇੰਨਾ ਖਜ਼ਾਨਾ ਹੈ, ਸਿਰਫ ਇੱਕ ਬੋਰਡ ਲਗਾ ਦੇਵੋ, ਆਓ ਤਾਂ ਅਸੀਂ ਤੁਹਾਨੂੰ ਸਦਾ ਸੁਖੀ ਸਵਰਗ ਦਾ ਵਰਸਾ ਪਾਉਣ ਦਾ ਰਸਤਾ ਦੱਸੀਏ। ਪਰੰਤੂ ਬੱਚਿਆਂ ਵਿੱਚ ਇੰਨਾ ਨਸ਼ਾ ਰਹਿੰਦਾ ਨਹੀਂ ਹੈ। ਇੱਥੇ ਨਸ਼ਾ ਚੜ੍ਹਦਾ ਹੈ, ਬਾਹਰ ਜਾਣ ਨਾਲ ਭੁੱਲ ਜਾਂਦਾ ਹੈ। ਤਾਂ ਸ਼ੌਂਕ ਹੋਣਾ ਚਾਹੀਦਾ ਹੈ ਕਿ ਕੋਈ ਵੀ ਆਵੇ ਉਹਨਾਂ ਨੂੰ ਰਸਤਾ ਦੱਸ ਕੇ ਬੇੜਾ ਪਾਰ ਕਰ ਦਈਏ। ਤੁਹਾਡੇ ਕੋਲ ਬਹੁਤ ਧਨ ਹੈ। ਹੁਣ ਬਾਪ ਕਹਿੰਦੇ ਹਨ ਬੱਚੇ ਮੈਨੂੰ ਯਾਦ ਕਰੋ ਤਾਂ ਤੁਹਾਡੀ ਆਤਮਾ ਸਤੋ ਪ੍ਰਧਾਨ ਬਣ ਜਾਵੇਗੀ। ਬਾਪ ਨੂੰ ਯਾਦ ਕਰੋਗੇ ਤਾਂ ਨਸ਼ਾ ਚੜ੍ਹੇਗਾ। ਸਾਡੇ ਵਰਗਾ ਧਨਵਾਨ ਸ੍ਰਿਸ਼ਟੀ ਵਿੱਚ ਕੋਈ ਵੀ ਨਹੀਂ। ਬਾਪ ਹੀ ਯਾਦ ਨਹੀਂ ਹੋਵੇਗਾ ਤਾਂ ਧਨ ਕਿੱਥੋਂ ਆਵੇਗਾ। ਸਵਰਗ ਵਿੱਚ ਤਾਂ ਤੁਹਾਨੂੰ ਬੱਚਿਆਂ ਨੂੰ ਅਪਾਰ ਸੁੱਖ ਮਿਲਦਾ ਹੈ। ਸ਼ਾਸਤਰਾਂ ਵਿੱਚ ਤਾਂ ਦੇਖੋ ਕਿੰਨੀਆਂ ਦੰਤ ਕਥਾਵਾਂ ਲਿਖ ਦਿੱਤੀਆਂ। ਬਾਬਾ ਕਹਿੰਦੇ ਕਿ ਹੁਣ ਕਿੰਨਾ ਸਮਝ ਵਿੱਚ ਆਉਂਦਾ ਹੈ। ਕਈ ਨਹੀਂ ਸਮਝਦੇ
ਕਿੰਨੀਆਂ ਵੰਡਰਫੁਲ ਗੱਲਾਂ ਲਿਖੀਆਂ ਹਨ। ਬਾਬਾ ਕਹਿੰਦੇ ਕਿ ਮੈਨੂੰ ਪ੍ਰਕਿਰਤੀ ਦਾ ਆਧਾਰ ਲੈਣਾ ਪੈਂਦਾ ਹੈ। ਤ੍ਰਿਮੂਰਤੀ ਵਿੱਚ ਵੀ ਬ੍ਰਹਮਾ ਵਿਸ਼ਨੂੰ ਸ਼ੰਕਰ ਦਿਖਾਉਂਦੇ, ਪਰੰਤੂ ਇਹ ਨਹੀਂ ਸਮਝਦੇ ਵਿਸ਼ਨੂੰ ਕੌਣ ਹੈ, ਕਿੱਥੋਂ ਦੇ ਰਹਿਣ ਵਾਲੇ ਹਨ। ਵਿਸ਼ਨੂੰ ਦੇ ਮੰਦਿਰ ਨੂੰ ਨਰ ਨਾਰਾਇਣ ਦਾ ਮੰਦਿਰ ਕਹਿੰਦੇ, ਪਰੰਤੂ ਅਰਥ ਕੁਝ ਵੀ ਨਹੀਂ ਸਮਝਦੇ। ਵਿਸ਼ਨੂੰ ਦੇ ਦੋ ਰੂਪ ਲਕਸ਼ਮੀ ਨਾਰਾਇਣ ਹਨ, ਜੋ ਸਤਯੁਗ ਵਿੱਚ ਰਾਜ ਕਰਦੇ ਸੀ। ਹੁਣ ਤੁਸੀਂ ਮਨੁੱਖ ਤੋਂ ਦੇਵਤਾ ਬਣ ਰਹੇ ਹੋ। ਇਸ ਲਈ ਬਾਪ ਕਹਿੰਦੇ ਹਨ ਕਿ ਇਹਨਾਂ ਦੇ ਬਹੁਤ ਜਨਮਾਂ ਦੇ ਅੰਤ ਵਿੱਚ ਮੈਂ ਪ੍ਰਵੇਸ਼ ਕਰਦਾ ਹਾਂ। ਵਾਨਪ੍ਰਸਥੀ ਬਣਨ ਦਾ ਰਿਵਾਜ ਵੀ ਤਾਂ ਭਾਰਤ ਵਿੱਚ ਹੈ ਨਾ। 60 ਸਾਲ ਤੋਂ ਬਾਅਦ ਗੁਰੂ ਦੇ ਕੋਲ ਜਾਂਦੇ ਹਨ। ਬਾਪ ਵੀ ਇਸ ਵਿੱਚ ਪ੍ਰਵੇਸ਼ ਕਰਦੇ ਹਨ। ਹੁਣ ਤੁਸੀਂ ਘਰ ਚੱਲਣਾ ਹੈ। ਮੁਕਤੀ ਤਾਂ ਸਭ ਚਾਹੁੰਦੇ ਹਨ ਨਾ, ਪਰੰਤੂ ਮੁਕਤੀ ਨੂੰ ਕੋਈ ਜਾਣਦੇ ਨਹੀਂ। ਬਾਪ ਹੁਣ ਸਮਝਾਉਂਦੇ ਹਨ, ਬੱਚੇ ਇਹ 84 ਜਨਮਾਂ ਦਾ ਪਾਰਟ ਤੁਸੀਂ ਵਜਾਉਣਾ ਹੈ। ਇਹ ਗਿਆਨ ਡਾਂਸ ਹੈ। ਬਾਪ ਨੇ ਸਮਝਾਇਆ ਕਿ ਤੁਸੀਂ ਬੰਦਰ ਮਿਸਲ ਸੀ ਤਾਂ ਤੁਸੀਂ ਬੰਦਰਾਂ ਦੀ ਸੈਨਾ ਮੈਂ ਲੈਤੀ। ਤੁਹਾਡੇ ਅੱਗੇ ਬਾਬਾ ਹੁਣ ਗਿਆਨ ਦਾ ਡਮਰੂ ਵਜਾ ਰਹੇ ਹਨ, ਤੁਹਾਨੂੰ ਗਿਆਨ ਦਿੰਦੇ ਹਨ। ਹੁਣ ਤੁਹਾਡੀ ਸੂਰਤ ਅਤੇ ਸੀਰਤ ਦੋਨੋਂ ਪਲਟਾ ਰਹੇ ਹਨ। ਕਾਮ ਚਿਤਾ ਤੇ ਬੈਠ ਕੇ ਤੁਸੀਂ ਕਾਲੇ ਹੋ ਗਏ। ਬਾਬਾ ਫਿਰ ਗਿਆਨ ਚਿਤਾ ਤੇ ਬਿਠਾ ਕੇ ਸੂਰਤ ਅਤੇ ਸੀਰਤ ਮਾਨਾ ਅਕਲ ਦੋਨੋਂ ਪਲਟਾ ਕੇ ਸਾਂਵਰੇ ਤੋਂ ਗੋਰਾ ਬਣਾ ਦਿੰਦੇ ਹਨ। ਬਾਬਾ ਕਿੰਨਾ ਨਸ਼ਾ ਚੜਾਉਂਦੇ ਹਨ, ਤਾਂ ਨਸ਼ਾ ਗੁੰਮ ਕਿਉਂ ਹੋਣਾ ਚਾਹੀਦਾ ਹੈ। ਅੱਛਾ, ਮਿੱਠੇ ਮਿੱਠੇ ਸਿੱਕੀ ਲੱਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਹੈ। ਪਹਿਲਾ ਪੁਆਇੰਟ, ਬਾਪ ਨੇ ਜੋ ਅਥਾਹ ਗਿਆਨ ਦਾ ਧਨ ਦਿੱਤਾ ਹੈ, ਉਸ ਨੂੰ ਧਾਰਨ ਕਰ ਖੁਦ ਵੀ ਸਾਹੂਕਾਰ ਬਣਨਾ ਹੈ ਅਤੇ ਸਭ ਨੂੰ ਦਾਨ ਵੀ ਕਰਨਾ ਹੈ। ਜੋ ਵੀ ਆਵੇ ਸਭ ਦੀ ਝੋਲੀ ਭਰ ਦੇਣੀ ਹੈ। ਦੂਸਰਾ, ਬਾਪ ਦੀ ਯਾਦ ਵਿੱਚ ਹੀ ਕਲਿਆਣ ਹੋਣਾ ਹੈ। ਇਸ ਲਈ ਜਿੰਨਾ ਹੋ ਸਕੇ ਚਲਦੇ ਫਿਰਦੇ ਬਾਪ ਦੀ ਯਾਦ ਵਿੱਚ ਰਹਿਣਾ ਹੈ। ਸਾਰੇ ਸੰਬੰਧਾਂ ਦੀ ਰਸਨਾ ਇੱਕ ਬਾਪ ਤੋਂ ਲੈਣੀ ਹੈ। ਵਰਦਾਨ, ਸਾਰੇ ਵਿਰਕਸ਼ ਦੀ ਨੌਲੇਜ ਨੂੰ ਸਿਮਰਤੀ ਵਿੱਚ ਰੱਖ ਤਪੱਸਿਆ ਕਰਨ ਵਾਲੇ ਸੱਚੇ ਤਪਸਵੀ ਵਾ ਸੇਵਾਧਾਰੀ ਭਵ। ਭਗਤੀ ਮਾਰਗ ਵਿੱਚ ਦਿਖਾਉਂਦੇ ਹਨ ਕਿ ਤਪਸਵੀ ਵਿਰਕਸ਼ ਦੇ ਨੀਚੇ ਬੈਠ ਕੇ ਤਪੱਸਿਆ ਕਰਦੇ ਹਨ। ਇਸ ਦਾ ਵੀ ਰਹੱਸ ਹੈ। ਤੁਹਾਡਾ ਬੱਚਿਆਂ ਦਾ ਨਿਵਾਸ ਇਸ ਸ੍ਰਿਸ਼ਟੀ ਰੂਪੀ ਕਲਪ ਵਿਰਕਸ਼ ਦੀ ਜੜ ਵਿੱਚ ਹੈ। ਵਿਰਕਸ਼ ਦੇ ਨੀਚੇ ਬੈਠਣ ਨਾਲ ਸਾਰੇ ਵਿਰਕਸ਼ ਦੀ ਨੌਲੇਜ ਬੁੱਧੀ ਵਿੱਚ ਆਪਣੇ ਆਪ ਰਹਿੰਦੀ ਹੈ। ਤਾਂ ਸਾਰੇ ਵਿਰਕਸ਼ ਦੀ ਨੌਲੇਜ ਸਿਮਰਤੀ ਵਿੱਚ ਰੱਖ ਸਾਖਸ਼ੀ ਹੋ ਕੇ ਇਸ ਵਿਰਕਸ਼ ਨੂੰ ਦੇਖੋ ਤਾਂ ਇਹ ਨਸ਼ਾ ਖੁਸ਼ੀ ਦਿਲਾਏਗਾ ਅਤੇ ਇਸ ਨਾਲ ਬੈਟਰੀ ਚਾਰਜ ਹੋ ਜਾਵੇਗੀ। ਫਿਰ ਸੇਵਾ ਕਰਦੇ ਵੀ ਤਪੱਸਿਆ ਨਾਲ ਨਾਲ ਰਹੇਗੀ। ਸਲੋਗਨ ਹੈ, ਤਨ ਦੀ ਬਿਮਾਰੀ ਕੋਈ ਵੱਡੀ ਗੱਲ ਨਹੀਂ ਹੈ, ਪਰੰਤੂ ਮਨ ਕਦੇ ਵੀ ਬਿਮਾਰ ਨਾ ਹੋਵੇ। ਅੱਛਾ, ਓਮ ਸ਼ਾਂਤੀ।